Hello everyone, welcome back to Suksham Ma'am ki classes. Today I bring you all subject English model test paper number 2 which belongs to class 8th. So let's start. Total marks ने 40, time ਤੁਹਾਨੂੰ ਦਿੱਤਾ ਜਾਵੇਗਾ 1.5 ਘੰਟਾ which is 1 hour and 30 minutes. Journal instructions ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਮੈਂ structure ਚ explain ਕੀਤੀਆਂ ਸੀ। ਜਿਨ੍ਹਾਂ ਨੇ structure of this question paper ਨਹੀਂ ਵੇਖਿਆ ਹੋਇਆ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਨੂੰ ਵੇਖ ਕੇ ਸਮਝ ਸਕਦੇ ਨੇ। ਸੋ ਲੈਟਸ ਸਟਾਰਟ। ਪਹਿਲਾ ਸੈਕਸ਼ਨ ਆ ਗਿਆ ਰੀਡਿੰਗ ਸਕਿੱਲ ਦਾ ਜੋ ਹੋਏਗਾ 8 ਮਾਰਕਸ ਦਾ। 4 ਨੰਬਰ ਦੇ ਤੁਹਾਡੇ ਕੀ ਹੋਏਗਾ ਪੋਸਟਰ ਕੰਪਰੀਹੈਂਸ਼ਨ ਦੇ ਕੁਐਸਚਨ ਹੋਣਗੇ ਤੇ 4 ਨੰਬਰ ਦੇ ਤੁਹਾਡੇ ਡਾਇਲੌਗ ਕੰਪਰੀਹੈਂਸ਼ਨ ਦੇ ਹੋਣਗੇ। ਪਹਿਲੇ ਅਸੀਂ ਕਰਾਂਗੇ ਪੋਸਟਰ। ਸਟੱਡੀ ਦਾ ਪੋਸਟਰ ਕੇਅਰਫੁਲੀ ਐਂਡ ਆਨਸਰ the questions that follows। ਪੋਸਟਰ ਨੂੰ ਧਿਆਨ ਨਾਲ ਸਮਝੋ, ਸਟੱਡੀ ਕਰੋ ਤੇ ਉਸ ਤੋਂ ਬਾਅਦ ਲਿਖੇ ਹੋਏ ਕੁਐਸਚਨਸ ਤੁਸੀਂ ਆਨਸਰ ਕਰਨੇ ਨੇ। ਸੋ ਲੈਟਸ ਸਟਾਰਟ। Say no to plastics। plastics ਨੂੰ no ਕਰੋ means plastic ਨੂੰ use ਕਰਨਾ ਤੁਸੀਂ ਛੱਡ ਦਿਓ। ਕਿਉਂ? reasons ਦਿੱਤੇ ਹੋਏ ਨੇ। first is non biodegradable। non biodegradable ਦਾ ਮਤਲਬ ਹੁੰਦਾ ਹੈ ਕਿ ਇਹਨੂੰ ਸਾਡੀ nature decompose ਨਹੀਂ ਕਰ ਸਕਦੀ ਹੈ, ਖਤਮ ਨਹੀਂ ਕਰ ਸਕਦੀ ਹੈ। ਜੇ ਅੱਜ ਦੀ ਡੇਟ ਵਿੱਚ ਤੁਸੀਂ ਇੱਕ ਪਲਾਸਟਿਕ ਦਾ ਪੀਸ ਆਪਣੇ ਘਰ ਦੇ lawn ਦੇ ਵਿੱਚ ਦਬਾ ਦੋਗੇ, ਅੱਜ ਤੋਂ 10 ਸਾਲ ਬਾਅਦ ਉਹ ਪੀਸ ਵੈਂਜ ਦਾ ਵੈਂਜ ਹੀ ਰਹੇਗਾ ਤੇ ਈਵਨ ਕਿ ਫॉर ਜਨਰੇਸ਼ਨਸ ਉਹ ਪੀਸ ਇੰਜ ਦਾ ਇੰਜ ਰਹੇਗਾ, ਉਹ ਬਿਲਕੁਲ ਖਰਾਬ ਨਹੀਂ ਹੋਏਗਾ। ਇਸ ਲਈ ਨੇਚਰ ਉਹਨੂੰ ਡੀਕੰਪੋਜ਼ ਨਹੀਂ ਕਰ ਸਕਦੀ ਹੈ, ਇਸ ਲਈ ਇਹਦੀ ਵਰਤੋਂ ਬੰਦ ਕਰ ਦਿਓ। ਬਰਨਿੰਗ ਕਾਜ਼ਸ 에ਅਰ ਪੋਲਿਊਸ਼ਨ। ਜੋ ਤੁਸੀਂ ਪਲਾਸਟਿਕ ਨੂੰ ਡੀਕੰਪੋਜ਼ ਨਹੀਂ ਕਰ ਸਕਦੇ ਹੋ ਤੁਸੀਂ ਉਹਨੂੰ ਬਰਨ ਕਰ ਦਿਓ। ਜਦੋਂ ਬਰਨ ਹੁੰਦਾ ਹੈ ਉਹ ਇੰਨੇ ਕੈਮੀਕਲਸ ਇੰਨੇ ਪੋਲਿਊਸ਼ਨ ਹਵਾ ਵਿੱਚ ਕਰ ਦਿੰਦਾ ਹੈ, ਇੰਨੇ ਕੈਮੀਕਲ ਛੱਡਦਾ ਹੈ ਹਵਾ ਵਿੱਚ ਕਿ ਸਾਡੀ ਕੀ ਹੋ ਜਾਂਦੀ ਹੈ 에ਅਰ ਪੋਲਿਊਟ ਹੋ ਜਾਂਦੀ ਹੈ। ਡੰਪਿੰਗ ਪੋਲੀਬੈਗਸ ਪੋਲਿਊਟਸ ਇਨਵਾਇਰਨਮੈਂਟ। ਹੁਣ ਜੇ ਤੁਸੀਂ ਜਿਵੇਂ ਕੂੜੇ ਨੂੰ ਅਸੀਂ ਡੰਪ ਕਰਦੇ ਹਾਂ, ਖੱਡਾ ਖੋਦ ਕੇ ਵਿੱਚ ਕੂੜਾ ਭਰ ਦਿੰਦੇ ਹਾਂ, ਉਹਨੂੰ ਅਸੀਂ ਬੰਦ ਕਰ ਦਿੰਦੇ ਹਾਂ, ਥੱਲੇ ਸਾਰਾ ਕੂੜਾ ਡੀਕੰਪੋਜ਼ ਹੋ ਜਾਂਦਾ ਹੈ ਬਟ ਪਲਾਸਟਿਕ ਨਹੀਂ ਹੁੰਦਾ ਹੈ ਜਿਹਦੇ ਨਾਲ ਸਾਡਾ ਇਨਵਾਇਰਨਮੈਂਟ ਪੋਲਿਊਟ ਹੋ ਰਿਹਾ ਹੈ। ਐਂਡ ਲਾਸਟ ਇਜ਼ ਟੌਕਸਿਕ ਕੈਮੀਕਲਸ ਕਾਜ਼ਸ ਲੰਗ ਕੈਂਸਰ। ਹੁਣ ਜੇ ਅਸੀਂ ਪਲਾਸਟਿਕ ਸਾੜ ਰਹੇ ਹਾਂ, ਤੁਸੀਂ ਪਲਾਸਟਿਕ ਸਾੜ ਕੇ ਵੇਖਿਆ ਹੋਣਾ ਹੈ, ਉਹ ਸੜਦਾ ਨਹੀਂ, ਉਹ ਇਕੱਠਾ ਹੁੰਦਾ ਰਹਿੰਦਾ ਤੇ ਬਹੁਤ ਗੰਦੀ ਸਮੈਲ ਮਾਰਦਾ ਤੇ ਬਹੁਤ ਟੌਕਸਿਕ ਕੈਮੀਕਲਸ ਉਹ omit ਕਰਦਾ ਹੈ। ਹੁਣ ਉਹ ਕੈਮੀਕਲ ਜੇ ਅਸੀਂ ਰੋਜ਼ ਸੂੰਘਦੇ ਹਾਂ ਸਾਨੂੰ ਕੀ ਹੋ ਸਕਦਾ ਹੈ we have risk of getting lung cancer ਕਿਉਂਕਿ ਇਹ ਤੁਹਾਡੇ 에ਅਰ ਦੇ ਥਰੂ ਤੁਹਾਡੇ ਬੋਡੀ 'ਚ ਜਾਏਗੀ ਤੇ ਅਸੀਂ 에ਅਰ ਕਿੱਥੋਂ ਇਨਹੇਲ ਕਰਦੇ ਹਾਂ? ਨੋਜ਼ ਤੋਂ। ਇਟ ਗੋਜ਼ ਟੂ ਆਰ ਲੰਗਸ, ਸਾਡੀ ਲੰਗਸ ਅਫੈਕਟ ਹੋਣਗੀਆਂ। ਸੋ ਬਟ ਆਬਵੀਅਸ ਲੰਗਸ ਨੂੰ ਕਿਹੜੀ ਡਿਸੀਜ਼ ਮੋਸਟਲੀ ਹੁੰਦੀ ਹੈ? ਜਾਂ ਨਿਊਮੋਨੀਆ ਹੁੰਦਾ ਹੈ ਜਾਂ ਲੰਗ ਕੈਂਸਰ ਹੁੰਦਾ ਹੈ। ਸੋ ਹੇਅਰ these plastics causes lung cancer। now instead ਹੁਣ ਇਸ ਜਗ੍ਹਾ यूज ਕੀ ਕਰਨਾ ਹੈ? ਪੇਪਰ ਬੈਗ यूज ਕਰੋ, जूट बैग्स यूज करो, क्लोथ दे बैग्स यूज करो। प्रोटेक्ट द एनवायरनमेंट, स्टे हेल्दी। एनवायरनमेंट ਨੂੰ प्रोटेक्ट करो ਤੇ हेल्दी रहो। ਹਿਮਾਚਲ ਪ੍ਰਦੇਸ਼ ਨੇ ਕਾਫੀ ਸਾਲਾਂ ਤੋਂ ਪਲਾਸਟਿਕ ਬੈਨ ਕੀਤਾ ਹੋਇਆ ਹੈ ਤੇ ਉੱਥੇ ਪੋਲੀਥੀਨ ਬਿਲਕੁਲ ਵੀ ਯੂਜ਼ ਨਹੀਂ ਹੁੰਦਾ ਹੈ। ਸਾਨੂੰ ਵੀ ਇੰਜ ਕਰਨਾ ਚਾਹੀਦਾ ਹੈ, ਹਰ ਸਟੇਟ ਨੂੰ ਇਹ ਲਾਅ ਲੈ ਕੇ ਆਣਾ ਚਾਹੀਦਾ ਹੈ। ਇਸ਼ੂਡ ਬਾय, ਇਹਨੂੰ ਕਿੰਨੇ ਇਸ਼ੂ ਕੀਤਾ ਹੈ? এনवायरनमेंट ਕਲੱਬ, ਅੰਬੇਦਕਰ ਮੈਮੋਰੀਅਲ ਸਕੂਲ, ਅਸ਼ੋਕ ਵਿਹਾਰ, ਦਿੱਲੀ। ਦਿੱਲੀ ਦੇ ਇੱਕ ਸਕੂਲ ਨੇ ਜਿਹਦੇ ਵਿੱਚ ਇੱਕ এনवायरनमेंट ਕਲੱਬ ਬਣਿਆ ਹੋਇਆ ਹੈ, ਉਹਨਾਂ ਨੇ ਇਹ ਪੋਸਟਰ ਨੂੰ ਜਾਰੀ ਕੀਤਾ ਹੈ। I hope ਤੁਹਾਨੂੰ ਪੋਸਟਰ ਸਮਝ ਲੱਗ ਗਿਆ ਹੋਵੇਗਾ। On the basis of your understanding, answer the following question. What is the theme of the poster? ਪੋਸਟਰ ਦਾ ਥੀਮ ਕੀ ਹੈ? Save environment, say no to plastic, go green, save mother earth। ਥੀਮ ਕੀ ਹੁੰਦਾ ਹੈ? ਹਮੇਸ਼ਾ ਪੋਸਟਰ ਦਾ ਬੋਲਡ ਲੈਟਰ ਵਿੱਚ ਤੁਹਾਨੂੰ ਥੀਮ ਲਿਖਿਆ ਹੁੰਦਾ ਹੈ। ਇੱਥੇ ਕੀ ਲਿਖਿਆ ਬੋਲਡ ਵਿੱਚ? Say no to plastic। Option B is your answer। What should be used in place of plastic bags? ਹੁਣ plastics bags ਦੀ ਜਗ੍ਹਾ ਵਿੱਚ ਕੀ use ਕਰਨਾ ਚਾਹੀਦਾ ਹੈ? And options are option A paper bag, option B jute bag, option C cloth bags, option D all of the above। Option D is your answer, all of the above। Third, lung cancer is caused by dash। ਹੁਣ lung cancer ਕਿਵੇਂ ਹੁੰਦਾ ਹੈ? Dirty water, ਗੰਦਾ ਪਾਣੀ ਪੀਣ ਨਾਲ, ਟੌਕਸਿਕ ਕੈਮੀਕਲਸ ਜੋ ਅਸੀਂ ਕੈਮੀਕਲ ਇਨਹੇਲ ਕਰ ਲੈਂਦੇ ਹਾਂ ਖਤਰਨਾਕ, ਮਸਕੀਟੋਸ ਮੱਛਰ ਫੈਲਾਉਂਦੇ ਨੇ। none of these। option B is your answer, toxic chemicals। fourth is what do you mean by non biodegradable material? ਹੁਣ ਇੱਕ ਮਟੀਰੀਅਲ ਜੋ non biodegradable ਹੈ ਉਹ ਤੋਂ ਕੀ ਭਾ ਹੈ, ਉਹਦਾ ਕੀ ਮੀਨਿੰਗ ਹੈ? ਤੁਹਾਨੂੰ ਮੈਂ ਦੱਸਿਆ ਵੀ ਸੀਗਾ ਕਿ ਇਹ ਉਹ ਮਟੀਰੀਅਲ ਹੁੰਦਾ ਹੈ ਜਿਹਨੂੰ ਸਾਡਾ ਇਨਵਾਇਰਨਮੈਂਟ ਡੀਕੰਪੋਜ਼ ਨਹੀਂ ਕਰ ਸਕਦਾ, ਉਹਦੇ ਉੱਪਰ ਕੋਈ ਉਹ ਐਕਸ਼ਨ ਨਹੀਂ ਲੈ ਸਕਦਾ। ਇਸ ਲਈ ਕੀ ਆਪਸ਼ਨ ਬਣੇਗਾ? ਆਪਸ਼ਨ A not capable of
being broken down by the actions of living organism. Option B, capable of being broken down by the actions of living organism. Both A and B, none of these. Option A is your answer. Not capable of being broken down by the living organism, actions of living organism जिन्हों से decomposers कहते हैं. Now let's read this dialogue comprehension and then we will solve the question. दो बंदे ਦੇ ਵਿੱਚ conversation हुई है. One is Anjali and second is Riya. Anjali कहती है, what horrible weather today. I'd love to go out but I think it will just continue raining. अंजलि कह रही है कितना horrible बेकार weather है बाहर, मैं बाहर जाना पसंद करदी but की हो रहा है बारिश हुंदी रहेगी continuously. Riya, oh, I don't know. Perhaps the sun will come out later this afternoon. Riya कहती है कि मैनू नहीं पता but शायद हो सकता है कि दोपहर विच sun निकल आवे, clouds हट जा. अंजलि, I hope you are right. कि मैं आशा करदी हां कि तू सही होवे. Listen, सुन, I am going to have a party this Saturday. इस शनिवार मैं की करन लगी हां, एक पार्टी करन लगी हां. Would you like to come? कि तू आना चाहेंगी? रिया कहती है, ओ आई वुड लव टू कम, कि मैं हसी खुशी बहुत पसंद करांगी पार्टी च आना. थैंक यू फॉर इनवाइटिंग मी, मैनू सद्दा देने ਲਈ बहुत बहुत धन्यवाद. हु इज गोइंग टू कम टू द पार्टी, हुन होर कौन कौन आएगा पार्टी च. अंजलि, well a number of people haven't told me yet but Peter and Mark are going to help out with the cooking. ਕਹਿੰਦੇ ਹੁਣ ਕਾਫੀ ਲੋਕਾਂ ਨੇ ਮੈਨੂੰ ਜੇ ਕਨਫਰਮ ਨਹੀਂ ਕੀਤਾ ਕਿ ਉਹ ਆਣਗੇ ਕਿ ਨਹੀਂ ਆਣਗੇ ਬਟ ਪੀਟਰ ਤੇ ਮਾਰਕ ਨੇ ਉਹਨਾਂ ਨੇ ਦੋਨਾਂ ਨੇ ਮੈਨੂੰ ਕਨਫਰਮ ਕਰਤਾ ਹੈ ਕਿ ਉਹ ਕੀ ਕਰਨਗੇ ਮੇਰੀ ਕੁਕਿੰਗ ਵਿੱਚ ਹੈਲਪ ਕਰਨਗੇ. ਰੀਆ, hey I'll help too. ਰੀਆ ਕਹਿੰਦੀ ਹੈ ਠੀਕ ਹੈ ਫਿਰ ਮੈਂ ਵੀ ਹੈਲਪ ਕਰਾਂਗੀ. ਅੰਜਲੀ, would you? that would be great. ਅੰਜਲੀ ਕਹਿੰਦੀ ਅੱਛਾ ਤੂੰ ਵੀ, बहुत वधिया गल है, बहुत हेल्प हो जाएगी. That would be great. Riya, I'll make lasagna. Lasagna is the Italian dish. ठीक है, उसने बोला, वो कहती है कि मैं lasagna बनावांगी. Anjali, that sounds delicious. I know my Italian friends are going to be there. I'm sure they will love it. अंजलि कहती है कि यह तो बहुत ही स्वादिष्ट साउंड कर रहा है ते मेरे काफी Italian cousins आने वाले ने तो वो भी उन्हें बहुत पसंद करनगे. Riya, Italians? Maybe I'll bake a cake. रिया ना घबरा जांदी, कहंदी इटालियंस आणगे फिर ना मैं केक ही बना दनी आ. बिकॉज ਉਹਨੂੰ डर लगा कि जो मैं चीज बनावांगी ਹੁਣ रिया इंडियन है राइट. ਹੁਣ ਉਹਨੇ डिश ਤੇ ਬਾਅਦ ਇਟਾਲੀਅਨ ਦੀ ਬਣਾਤੀ बट ਇਟਾਲੀਅਨਸ ਦਾ ਟੇਸਟ ਉਹ ਐਗਜ਼ੈਕਟ ਨਹੀਂ ਬਣਾ ਸਕਦੀ, ਇਸ ਲਈ ਉਹ ਥੋੜੀ ਘਬਰਾ ਜਾਂਦੀ ਹੈ ਕਿ ਇਟਾਲੀਅਨ ਕਜ਼ਨਸ ਆ ਰਹੇ ਨੇ ਤੇਰੇ ਫਿਰ ਤੇ ਮੈਂ ਕੇਕ ਹੀ ਬਣਾ ਦਨੀ ਆ. अंजलि, no no, they are not like that, they will love it. तो अंजलि समझ आती है कि वो किस भावना कह रही है कि मैं केक बना दनी है कि वो कहती है कि ना ना टेंशन ना ले, वो ਇਹੋ ਜਿਹੇ नहीं ने, वो तेरे डिश ਨੂੰ प्रेज ही करनगे, प्यार ही करनगे, लव ही करनगे, enjoy ही करनगे. रिया, well if you say so, is there going to be a theme for the party? रिया कहती चल ठीक है जे तू कहनी है. तो कोई पार्टी दी थीम डिसाइड कीती है कि पार्टी किस बेसिस पे होएगी? अंजलि, no I don't think so, just a chance to get together and have fun. ਕਹਿੰਦੀ ਨਹੀਂ ਨਹੀਂ ਕੋਈ ਇਹੋ ਜਿਹਾ ਕੋਈ ਮੇਨ ਕੋਈ ਰੀਜ਼ਨ ਨਹੀਂ ਹੈ ਪਾਰਟੀ ਦੇਣ ਦਾ, ਜਸਟ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੰਜੋਏ ਕਰੀਏ. ਰੀਆ, ਆਈ ਐਮ ਸ਼ੋਰ ਇਟ ਵਿਲ ਬੀ ਅ ਲੋਟ ਆਫ ਫਨ, ਕਿ ਮੈਨੂੰ ਸ਼ੋਰਟ ਹੀ ਹੈ ਕਿ ਬਹੁਤ ਮਜ਼ਾ ਆਏਗਾ. ਅੰਜਲੀ, ਬਟ ਆਈ ਐਮ ਗੋਇੰਗ ਟੂ ਹਾਇਰ ਅ ਕਲਾਊਨ. ਅੰਜਲੀ ਕਹਿੰਦੀ ਹੈ ਬਟ ਮੈਂ ਆਪਣੀ ਪਾਰਟੀ ਵਿੱਚ ਇੱਕ ਕਲਾਊਨ ਨੂੰ ਬੁਲਾਵਾਂਗੀ, ਜੋਕਰ ਨੂੰ ਬੁਲਾਵਾਂਗੀ. ਰੀਆ, ਅ ਕਲਾਊਨ, ਆਰ ਯੂ ਕਿਡਿੰਗ ਮੀ? ਰੀਆ ਕਹਿੰਦੀ ਹੈ ਇੱਕ ਜੋਕਰ, ਤੂੰ ਮਜ਼ਾਕ ਕਰ ਰਹੀ ਹੈ ਨਾ? ਅੰਜਲੀ, no no, as a child I always wanted a clown. Now I'm going to have my clown at my own party. ਅੰਜਲੀ ਕਹਿੰਦੀ ਨਹੀਂ ਨਹੀਂ ਮੈਂ ਮਜ਼ਾਕ ਨਹੀਂ ਕਰ ਰਹੀ, ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਸੀ ਮੈਂ ਆਪਣੀ ਪਾਰਟੀ ਵਿੱਚ ਕਲਾਊਨ ਨੂੰ ਬੁਲਾਵਾਂ ਤੇ ਅੱਜ ਦੀ ਡੇਟ ਵਿੱਚ ਜਦੋਂ ਮੈਂ ਪਾਰਟੀ ਥਰੋ ਕਰ ਰਹੀ ਹਾਂ ਤਾਂ ਮੈਂ ਕਲਾਊਨ ਨੂੰ ਬੁਲਾਵਾਂਗੀ. ਅੰਜਲੀ, I am sure everyone will have a good laugh. ਉਹ ਕਹਿੰਦੇ ਫਿਰ ਅੰਜਲੀ ਕਹਿੰਦੀ ਹੈ ਕਿ ਮੈਨੂੰ ਭਰੋਸਾ ਹੈ ਕਿ ਮੈਂ ਸ਼ੋਰ ਹਾਂ, ਮੈਨੂੰ ਯਕੀਨ ਹੈ ਕਿ ਸਭ ਨੂੰ ਬਹੁਤ ਮਜ਼ਾ ਆਏਗਾ ਤੇ ਉਹ ਕਲਾਊਨ ਸਭ ਨੂੰ ਬਹੁਤ ਹਸਾਏਗਾ. अंजलि, that's the plan. अंजलि कहती ਉਹੀ ਮੇਰਾ ਪਲਾਨ ਹੈ. ਹੁਣ ਅਸੀਂ ਕੁਇਜ਼ ਸੋਲਵ ਕਰਾਂਗੇ, ਅਸੀਂ ਹੁਣ ਇਹਨਾਂ ਨੂੰ ਆਨਸਰ ਕਰਾਂਗੇ. why isn't Anjali going out? ਹੁਣ ਅੰਜਲੀ ਬਾਹਰ ਕਿਉਂ ਨਹੀਂ ਜਾ ਰਹੀ? option A, the weather's bad. option B, she has an appointment. option C, she's going to have a party. option D, she wants to sleep early. ਮੌਸਮ ਖਰਾਬ ਹੈ ਇਸ ਲਈ, ਉਹਦੇ ਕਿਤੇ ਜਾਣ ਲਈ ਅਪਾਇੰਟਮੈਂਟ ਹੈ ਇਸ ਲਈ, ਉਹਨੇ ਪਾਰਟੀ ਰੱਖਣੀ ਹੈ ਇਸ ਵਕਤ ਘਰ 'ਚ ਇਸ ਲਈ, या उन्हें जल्दी सोना है. ऑप्शन ए इज योर आंसर कि द वेदर्स बैड, कि बाहर मौसम खराब है इसलिए वो बाहर नहीं जा रही है. व्हाट डज रिया थिंक माइट हैपन? हुन रिया ने की क्या कि हो सकता है?
the weather will get worse कि weather और खराब हो जाएगा, the sun will come out later बाद with sun आ जाएगा, it will get colder soon कि जल्दी ठंड आ जाएगी, D none of these, option B is your answer, रिया ने क्या सी, the sun will come out later बाद with sun बाहर आ जाएगा. What's अंजलि going to do soon, ਹੁਣ अंजलि जल्दी की ਕਰਨ वाली ਸੀ, go to work ਕੰਮ ਤੇ ਜਾਣ ਵਾਲੀ ਸੀ, make lunch lunch ਬਣਾਉਣ ਵਾਲੀ ਸੀ, have a party ਉਹ party ਕਰਨਾ ਜਾ ਰਹੀ ਸੀ, going to a trip ਕਿ ਉਹ trip ਤੇ ਜਾਣ ਵਾਲੀ ਸੀ, option C is your answer, have a party. And last is, why does Riya change her mind about cooking lasagna for the party, ਹੁਣ ਉਹਨੇ ਆਪਣੀ ਡਿਸ਼ ਜੋ ਸੀਗੀ ਲਜ਼ਾਗਨਾ ਉਹਨੇ ਉਹਨੂੰ ਕੁਕ ਕਰਨ ਤੋਂ ਮਾਈਂਡ ਚੇਂਜ ਕਿਉਂ ਕਰਤਾ ਸੀ, ਤੁਹਾਨੂੰ ਮੈਂ ਦੱਸਿਆ ਵੀ ਸੀਗਾ. Option A, she doesn't have all the ingredients necessary, ਉਹਦੇ ਕੋਲ ਸਾਰੇ ingredients ਸਾਰੇ ਉਹ ਨਹੀਂ ਸੀ ਜੋ ਸਮਾਨ ਉਹਨੂੰ ਚਾਹੀਦਾ ਸੀ ਉਸ ਡਿਸ਼ ਨੂੰ ਬਣਾਉਣ ਲਈ. She can't come to the party, ਉਹ ਪਾਰਟੀ 'ਚ ਆ ਨਹੀਂ ਸਕਦੀ ਸੀ. She was nervous about cooking lasagna for Italians, कि ਉਹ Italians ਲਈ ਉਹ ਡਿਸ਼ ਬਣਾਉਣ 'ਚ nervous ਹੋ ਗਈ ਸੀ. D none of these, option C is your answer. She is nervous about cooking lasagna for Italians. Now comes your section B, which is related to your textbooks. ਹੁਣ ninth, it seems like a good idea and I jumped at the opportunity. ਹੁਣ ਇਹ ਲਾਈਨ ਤੁਹਾਡੇ ਚੈਪਟਰ 'ਚ ਲਿੱਤੀ ਗਈ ਹੈ. ਹੁਣ ਪੁੱਛਿਆ ਜਾ ਰਿਹਾ ਹੈ which idea is the narrator talking about. ਹੁਣ ਨਰੇਟਰ ਨੇ ਕਿਸ ਆਈਡੀਆ ਦੀ ਗੱਲ ਕੀਤੀ ਕਿ ਮੈਨੂੰ ਆਈਡੀਆ ਬਹੁਤ ਚੰਗਾ ਲੱਗਾ ਤੇ ਮੈਂ ਉਸ ਓਪਰਚੁਨਿਟੀ ਤੇ ਜੰਪ ਕੀਤਾ, ਉਸ ਓਪਰਚੁਨਿਟੀ ਨੂੰ ਗ੍ਰੈਬ ਕੀਤਾ. ਆਪਸ਼ਨ ਏ, she can save money by doing home chores, ਘਰ ਦੇ ਕੰਮ ਕਰਕੇ ਉਹ ਪੈਸੇ ਬਚਾ ਸਕਦੀ ਹੈ. B, she can do a part time job, और एक part time job कर सकती है. C, she can buy the computer by her pocket money, ਉਹ ਆਪਣੀ pocket money ਨਾਲ computer buy ਕਰ ਸਕਦੀ ਹੈ. D, none of these. तो ਆਈਡੀਆ ਕਿਹੜਾ ਸੀ ਜੋ ਨਰੇਟਰ ਦੇ ਪਾਪਾ ਨੇ ਨਰੇਟਰ ਨੂੰ ਦਿੱਤਾ ਸੀਗਾ, ਉਹ ਸੀ option A, she can save money by doing home chores. Question number 10th, total how many orders were given by the governor in the chapter The Aged Mother. ਹੁਣ The Aged Mother ਵਿੱਚ total ਕਿੰਨੇ orders ਦਿੱਤੇ ਸੀ ਗਵਰਨਰ ਨੇ. Option A 2, option A 1, option 3, option C 3, option D none of these, and option A is your answer. 2 orders ਉਹਨੇ ਦਿੱਤੇ ਸੀਗੇ, ਜੋ ਕਿਹੜੇ ਸੀਗੇ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋਗੇ. What were the 2 orders given by the governor, sorry, ठीक है. Next is 11th, their silent prayers and their sad eyes could have melted even the heart of the stone. कि ਉਹਨਾਂ ਦੀ ਜੋ silent prayers ਸੀਗੀ, ਜੋ sad eyes ਸੀਗੀ, ਉਹਨੂੰ ਵੇਖ ਕੇ ਇੱਕ stone ਦਾ heart ਵੀ ਪਿਘਲ ਜਾਂਦਾ. For whom is the pronoun their used in this line. ਹੁਣ ਇਸ ਲਾਈਨ ਵਿੱਚ ਜੋ pronoun use ਕੀਤਾ their, ਉਹ ਕੌਣ ਹੈ, ਕਿਹਦੀ ਗੱਲ ਹੋ ਰਹੀ ਹੈ their ਦੇ accordingly. A, poor farmers, B, she, deer and her fawns, C, Saint Ravidas, D, hunter. Option B is your answer, she, deer and her fawns. 12th, name the 3 lazy sons of the rich farmer. ਹੁਣ rich farmer ਦੇ 3 lazy son ਕਿਹੜੇ ਸਨ ਦੱਸੋ. Option A, Harry, Raman and Sandeep. Option B, Raman, Harry and Mandeep. Option C, Sandeep, Mary and Raman. Option D, none of these. Option A is your answer, Harry, Raman and Sandeep. 13th, how many wishes could the magic stick in the chapter The Old Sage and the Brothers fulfill. ਹੁਣ ਜੋ magic stick ਦਾ ਜ਼ਿਕਰ ਹੋਇਆ ਸੀਗਾ ਉਸ ਚੈਪਟਰ ਵਿੱਚ, ਕਿਹੜਾ ਚੈਪਟਰ, The Old Sage and the Brothers, ਉਹ ਕਿੰਨੇ wishes fulfill ਕਰ ਸਕਦੀਆਂ ਸਨ. Option A 1, option B 2, option C 4, option D 3, option B is your answer, 2. 14th, Swami Ramanand became the disciple of Saint Ravidas. Swami Ramanand Saint Ravidas ਦੇ disciple ਬਣ ਗਏ. It's true or false? ਧਿਆਨ ਨਾਲ, ਇਹ false ਹੈ. Opposite ਹੋਇਆ ਸੀਗਾ, Saint Ravidas स्वामी रामानंद ਦੇ disciple ਬਣੇ ਸੀਗੇ. confuse नहीं होना है, बिना पढ़े टिक नहीं कर देना है. false है. स्वामी रामानंद became the disciple of Saint Ravidas. false. Saint Ravidas became disciple of Swami Ramanand. True. ठीक है. Now next is write the meaning of the following. 15th, plight. plight the key meaning है दुर्वर्तो, खुशी, दुर्दशा, आनंद. Option C is your answer, दुर्दशा. 16th, governed. अनगहली, शासन कीता, छड्डो, नजरअंदाज. Option B, शासन कीता is the meaning of governed.
Now identify the speaker and the listener. किसने किसनू क्या सी? What is your second wish? हुन तेरी second wish केड़ी है? The sage ने क्या सी हैरी नू? Sage ने क्या सी rich merchant नू? Sage ने क्या सी रमन नू? None of these. Option C is your answer. The sage said those lines to Raman. Identify the underlined character in the given sentence. हुन किस दे बारे इच गल हो रही है? He listened and meditated in silence. ते लाइन लिखी गई है the aged mother तो उन्हें सुनिया ते उन्हें silently की कीता meditate कीता. ए कौन है? किन्ने सुनिया ते किन्ने meditate कीता? The aged mother, the farmer, the despotic leader, the villager. Option C is your answer. The despotic leader. Next come your poem part. Read the given stanza and answer the questions. हुन stanza नु read करो ते questions पढ़ो. And you never can tell how close you are, just how close you are. It may be near when it seems afar. So stick to the fight when you are hardest hit, when things seems worst that you must not quit. ਹੁਣ ਇਹਦਾ ਪੋਟ ਕੌਣ ਹੈ? ਪੋਇਟ ਕੌਣ ਹੈ ਇਹਦਾ? ਹੁਣ ਇੱਕ ਚੀਜ਼ ਗੱਲ ਮੇਰੀ ਨਾ ਧਿਆਨ ਨਾਲ ਸੁਣ ਲਓ ਬੱਚਿਓ, ਤੁਹਾਡੇ ਸਿਲੇਬਸ ਵਿੱਚ ਦੋ ਪੋਮ ਨੇ, ਦ ਅਰਥ ਨੀਡਸ ਯੂ ਐਂਡ ਡੋਂਟ ਕੁਇਟ. ਅਰਥ ਨੀਡਸ ਯੂ ਦਾ ਪੋਇਟ ਦਾ ਨਾਂ ਨਹੀਂ ਹੈ. ਸਾਡੇ ਕੋਲ ਕਿਹੜਾ ਪੋਇਟ ਬਚਿਆ? ਸਿਰਫ ਇੱਕ ਹੀ ਪੋਇਟ ਬਚਾ ਹੈ. ਹੁਣ ਉਹਦਾ ਨਾਂ ਕੀ ਹੈ? ਦੱਸੋ. ਆਪਸ਼ਨ ਬੀ ਐਡਗਰ ਏ ਗੈਸਟ. ਇਸ ਚੀਜ਼ ਨੂੰ ਧਿਆਨ ਰੱਖਣਾ. ਦ ਅਰਥ ਨੀਡਸ ਯੂ ਦਾ ਕੋਈ ਪੋਇਟ ਨਹੀਂ ਹੈ, ਨਾਮ ਨਹੀਂ ਦੱਸਿਆ ਹੋਇਆ, ਉਹ ਅਨਆਥੋਰਾਈਜ਼ਡ ਉੱਥੇ ਲਿਖਿਆ ਹੋਇਆ ਹੈ ਕਿ ਸਾਨੂੰ ਨਹੀਂ ਪਤਾ ਕਿ ਉਹ ਕਿੰਨੇ ਲਿਖਿਆ ਹੈ. ਬਟ ਜੋ ਡੋਂਟ ਕੁਇਟ ਹੈ ਉਹਦੇ ਪੋਇਟ ਦਾ ਨੇਮ ਉੱਥੇ ਲਿਖਿਆ ਹੋਇਆ ਹੈ. ਸੋ you only have to learn one poet's name, which is Edgar A. Guest, and he's the poet of Don't Quit. ठीक है. Now what should be done when things seems worst? जो चीज़ां बहुत worst लगदियां ने, बहुत बेकार लग रहा है कि हुण ते कुछ हो ही नहीं सकता, सानू की करना चाहिदा है? We should not quit. सानू quit नहीं करना चाहिदा है. We should quit. सानू quit कर देना चाहिदा है. We should cry. सानू रोना चाहिदा है. We should run away from the situation. सानू उस situation तो दूर भज जाना चाहिदा है. Option A is your answer. We should not quit. Now next is, what are some single use plastic things that we buy and use? ਹੁਣ ਕਿਹੜੀ ਉਹ ਸਿੰਗਲ ਯੂਜ਼ ਪਲਾਸਟਿਕਸ ਨੇ ਜੋ ਅਸੀਂ ਬਾਏ ਕਰਦੇ ਹਾਂ ਤੇ ਯੂਜ਼ ਕਰਦੇ ਹਾਂ? ਤੇ ਇਹ ਕੁਐਸਚਨ ਆ ਰਿਹਾ ਤੁਹਾਡੀ ਪੋਮ ਵਿੱਚੋਂ, ਦ ਅਰਥ ਨੀਡਸ ਯੂ. ਆਪਸ਼ਨਸ ਆਰ ਪਲਾਸਟਿਕ ਬੈਗਸ, ਸਟ੍ਰॉज, ਵਾਟਰ ਬੋਟਲਸ, all of the above. Option D is your answer, all of the above, ਕਿਉਂਕਿ ਅਸੀਂ ਪਲਾਸਟਿਕ ਬੈਗ ਵੀ ਯੂਜ਼ ਕਰ ਰਹੇ ਹਾਂ, ਅਸੀਂ ਸਟ੍ਰॉज ਵੀ ਯੂਜ਼ ਕਰ ਰਹੇ ਹਾਂ, ਅਸੀਂ ਵਾਟਰ ਬੋਟਲਸ ਵੀ ਯੂਜ਼ ਕਰ ਰਹੇ ਹਾਂ. ਇਫ ਯੂ ਆਰਡਰ ਫਰਮ ਜ਼ੋਮੈਟੋ, ਸਵਿਗੀ, ਤੁਸੀਂ ਜ਼ੋਮੈਟੋ ਸਵਿਗੀ ਤੋਂ ਆਰਡਰ ਕਰਦੇ ਹੋ, ਜੋ ਤੁਸੀਂ ਆਪਣਾ ਆਰਡਰ ਪਲੇਸ ਕਰਦੇ ਹੋ ਉਹਦੇ ਵਿੱਚ ਇੱਕ ਸਪੈਸ਼ਲ ਮੈਂਸ਼ਨ ਹੁੰਦਾ ਹੈ ਕਿ ਡੋਂਟ ਯੂਜ਼ ਪਲਾਸਟਿਕ, ਕਿ ਤੁਸੀਂ ਇਹ 'ਚ ਪੈਕ ਨਾ ਕਰਵਾਓ ਪਲਾਸਟਿਕ ਦੇ ਕੋਈ ਵੀ ਕਟਲਰੀਜ਼. ਆਪਸ਼ਨ ਹੁੰਦਾ ਹੈ, ਜੇ ਤੁਸੀਂ ਉਹਨੂੰ ਟਿਕ ਕਰਕੇ ਰੱਖਦੇ ਹੋ ਤੁਹਾਨੂੰ ਕੋਈ ਵੀ ਪਲਾਸਟਿਕ ਦਾ ਸਮਾਨ ਡਿਲੀਵਰ ਨਹੀਂ ਕੀਤਾ ਜਾਂਦਾ ਉਹਦੇ ਨਾਲ, ਕਟਲਰੀਜ਼ ਜਾਂ ਪਲੇਟਸ ਜਾਂ ਕੁਝ ਵੀ. ਸੋ ਦਿਸ ਇਜ਼ ਅ ਸਟੈਪ ਕਿ ਇੱਕ ਜ਼ੋਮੈਟੋ ਨੇ, ਸਵਿਗੀ ਨੇ ਸਟੈਪ ਚੁੱਕਿਆ ਸੀਗਾ ਕਿ ਅਸੀਂ ਪਲਾਸਟਿਕ ਦਾ ਯੂਜ਼ ਘਟਾਈਏ. ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੱਤੀ ਲਾਈਵ ਜੋ ਅੱਜ ਦੀ ਡੇਟ ਵਿੱਚ ਕੋਈ ਕਰ ਰਿਹਾ ਹੈ ਕਿਸ ਚੀਜ਼ ਲਈ? ਪਲਾਸਟਿਕ ਨੂੰ ਘੱਟ ਵਰਤੋਂ ਲਈ. Now what does another blow means? Don't quit ਵਿੱਚ another blow ਦਾ ਕੀ ਮਤਲਬ ਹੈ? Another gust, another storm, another effect, another throw, another effort ਜਾਂ another throw. Option C is your answer. Another effort ਕਿ ਤੁਸੀਂ ਇੱਕ ਹੋਰ ਜ਼ੋਰ ਮਾਰਨਾ ਹੈ ਉਸ ਕੰਮ ਨੂੰ ਕਰਨ ਵਿੱਚ. Section C vocabulary. vocabulary ਦੀ ਗੱਲ ਹੋਏਗੀ. ਹੁਣ ਪੁੱਛਿਆ ਜਾਏਗਾ ਤੁਹਾਨੂੰ, ਸਾਡੇ ਬੈਕ ਐਕਸਰਸਾਈਜ਼ ਵਿੱਚੋਂ ਹੀ ਆਏਗਾ. What do we call a person who can speak many languages? ਅਸੀਂ ਉਸ ਬੰਦੇ ਨੂੰ ਕੀ ਕਵਾਂਗੇ ਜੋ ਬਹੁਤ ਸਾਰੀ ਲੈਂਗੁਏਜ ਬੋਲ ਸਕਦਾ ਹੈ? ਇਹਦਾ ਆਨਸਰ ਬਹੁਤ ਤੁਸੀਂ ਸਮਾਰਟਲੀ ਲੱਭ ਸਕਦੇ ਹੋ. ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੋਲੀ ਦਾ ਮਤਲਬ ਹੁੰਦਾ ਹੈ ਬਹੁ, ਜ਼ਿਆਦਾ. तो आंसर की बन रहा है दसो ਇਹਦਾ? ऑप्शन ए polyglot, which means a person who can speak many languages. Option A is your answer. Add the right prefix to the word patient. ਹੁਣ prefix मतलब पहले आना, pre मतलब पहले. ਹੁਣ patient ਤੇ ਅੱਗੇ ਕੋਈ word prefix ਲਾਓ ਜਿੰਨਾ ਨਾਲ meaningful word ਬਣ ਜਾਏ. Pre patient, dispatient, impatient, inpatient. Option C is your answer, impatient. Next comes section D, translation, grammar and composition, and this section carries 16 marks of yours. ਹੁਣ choose the correct translation of the following sentences. sentences ਦੀ correct translation ਲੱਭਣੀ ਹੈ. ਪੰਜਾਬੀ ਵਿੱਚ ਕਿਵੇਂ ਕਵਾਂਗੇ? My mother cooks delicious food. ਮੇਰੀ ਮੰਮੀ ਬਹੁਤ ਸਵਾਦਿਸ਼ਟ ਖਾਣਾ ਪਕਾਉਂਦੀ ਹੈ. ਕਿਹੜਾ ਆਪਸ਼ਨ ਹੈ? ਮੇਰੀ ਮਾਂ ਸਵਾਦੀ ਭੋਜਨ ਮੇਰੀ ਮਾਂ ਨੇ ਸਵਾਦੀ ਭੋਜਨ ਪਕਾਇਆ. ਮੇਰੀ ਮਾਂ ਸਵਾਦੀ ਭੋਜਨ ਪਕਾਉਂਦੀ ਹੈ. ਮੇਰੀ ਮਾਂ ਸਵਾਦੀ ਭੋਜਨ ਪਕਾਏਗੀ.
मेरी माँ स्वादी भोजन बना सकती है। इट्स सिंपल प्रेजेंट, सिंपल प्रेजेंट सेंटेंस है, बनेगा मेरी माँ स्वादी भोजन पकाउंदी है। नेक्स्ट इज समवन हैज कॉल्ड मी। किसी ने ਉਹਨਾਂ ਨੂੰ बुलाया, किसी ने मैनू बुलाया सी, किसी ने मैनू बुलाया है, किसी ने उसनू बुलाया। ठीक है, समवन हैज प्रेजेंट टेंस चल रहा है, किसी ने मैनू बुलाया है। 27th, वो बहुत स्वार्थी है। He is very cruel, he is very fool, he is very selfish, he is very tired. Option C is your answer. Swarthi means selfish. Next is पुलिस ने चोर नू नहीं फड़िया है। कि पुलिस जो सी वो चोर नू ने नहीं फड़िया है। प्रेजेंट से गल हो रही है, एक्शन चाहे पास्ट से होया पर गल हुने हो रही है कि पुलिस ने चोर नू नहीं फड़िया है। A, the police had not caught the thief. B, the police have not caught the thief. C, the police has caught the thief. D, the police has not caught the thief. ਹੁਣ ਦੱਸੋ ਕੀ ऑप्शन आएगा? ऑप्शन डी, the police has not caught the thief. Next, 29th, change the following exclamatory sentence into assertive sentence. What a disaster the earthquake is. Explanation sign that sentence है. The earth is what a disaster. The earth is a terrible disaster. The disaster is earthquake. The disaster is what earthquake. It is option B. The earthquake is a terrible disaster. तुसी इत्थे assertive sentence इनू बनाता है। Which part of speech does London belongs to? ਹੁਣ जो लंडन है वो केड़ा पार्ट है स्पीच ਦਾ? लंडन की है सिटी ਦਾ ਨਾਮ है। ਹੁਣ ਕਿਸੇ ਵਿਅਕਤੀ ਵਸਤੂ ਸਥਾਨ ਜਾਂ ਭਾਅ ਦੇ ਨਾਂ ਨੂੰ ਕੀ ਕਹਿੰਦੇ ਆ? ਸੰਗਿਆ ਕਹਿੰਦੇ ਆ। ਸੰਗਿਆ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਨਾउन ਕਹਿੰਦੇ ਆ। Option A noun, because noun is the name of person, place, animal or thing. ਤੇ ਲੰਡਨ ਕਿਹੜਾ ਨਾउन है? प्रॉपर नाउन है, कॉमन नाउन है, कैपिटल एल है, किसी जगह का स्पेसिफिक नाम है। इट्स अ प्रॉपर नाउन, चीज याद रखनी है। नेक्स्ट इज fill in the blanks with a suitable determiner. determiner लाना है। he takes dash interest in me. he takes option C no interest in me. मेरे विच कोई इंटरेस्ट नहीं लेंदा है। रीराइट द फॉलोइंग सेंटेंस आफ्टर करेक्टिंग इट। हुण जो सेंटेंस मैं थल्ले लिखा है इनू रीराइट करना है करेक्ट करके। ठीक है, आई रेज इट, तुहानू प्रॉपरली नजर आ जाए लाइन। नाउ आई ईट्स एन एप्पल डेली। ਇਹਦਾ करेक्ट सेंटेंस की बनेगा? दिस इज रॉन्ग। I ate an apple daily. I eat an apple daily. I eaten an apple daily. None of these. Option B is your answer. I eat an apple daily. पहली गल तो है ताड़ा simple present tense है जो कहता है जिदा रूल हुंदा है subject plus verbs first form plus ses plus object. जे subject singular हुंदा है ਤਾਂ ਤੁਹਾਡੇ verb ਦੇ ਨਾਲ ses ਆਂਦਾ ਹੈ। ਜੇ plural ਹੁੰਦਾ ਹੈ ਜਾਂ I ਹੁੰਦਾ ਹੈ ਜਾਂ you ਹੁੰਦਾ ਹੈ ਤਾਂ ਤੁਹਾਡੇ verb ਦੇ ਨਾਲ ses नहीं आएगा। ਇੱਥੇ I है इसलिए I eat an apple daily. रूल याद रखना सिंपल प्रेजेंट ਦਾ subject plus verbs first form plus ses plus object. Next goes fill in the blanks with appropriate degree of adjective. adjective ਦੀ डिग्री लानी है जो ਇੱਥੇ आएगी जो सूट करती है। सौम्या is dash than विजय। ਹੁਣ then ਜਦੋਂ ਆਂਦਾ ਕਿਹੜੀ ਫਾਰਮ ਲੱਗਦੀ ਹੈ? ਬਹੁਤ ਈਜ਼ੀ ਹੈ, ਇਹਨੂੰ ਚੀਜ਼ ਨੂੰ ਯਾਦ ਰੱਖਣਾ। ਜਦੋਂ then ਆ ਰਿਹਾ ਸੈਕੰਡ ਫਾਰਮ ਲੱਗਦੀ ਹੈ er ਵਾਲੀ option B funnier। ਜਦੋਂ the ਹੁੰਦਾ ਹੈ ਤਾਂ ਥਰਡ ਫਾਰਮ ਲੱਗਦੀ ਹੈ superlative which is ist। ਅਗਰ ਇੱਥੇ the ਹੁੰਦਾ ਤਾਂ iest ਆਂਦਾ, ਇੱਥੇ then ਹੈ ਸੈਕੰਡ ਫਾਰਮ लगेगी funnier। Taj is a dash building। a है means first form is a beautiful building। fill in the blanks with appropriate non-finite form। non-finite form लानी है। you ought dash up early। you ought to get up early। ought ਦੇ ਨਾਲ ਹਮੇਸ਼ਾ to ਆਂਦਾ ਹੀ ਆਂਦਾ ਹੈ, ਇਸ ਚੀਜ਼ ਨੂੰ ਯਾਦ ਰੱਖਣਾ। you have lost a bag in your school। ਤੁਸੀਂ ਆਪਣੇ ਸਕੂਲ ਵਿੱਚ ਆਪਣਾ ਇੱਕ ਬੈਗ ਗਵਾਤਾ ਹੈ। answer the following questions according to the notice you would put up on the notice board। ਹੁਣ ਤੁਸੀਂ ਨੋਟਿਸ ਬੋਰਡ ਤੇ ਨੋਟਿਸ ਲਾਓਗੇ। ਹੁਣ ਉਸ ਦੇ ਅਕੋਰਡਿੰਗਲੀ ਤੁਸੀਂ ਥੱਲੇ ਦਿੱਤੇ ਹੋਏ ਕੁਐਸਚਨਸ ਨੂੰ ਆਨਸਰ ਕਰਨਾ ਹੈ। ਮੈਂ ਫਾਸਟ ਇਸ ਲਈ ਬੋਲ ਰਹੀ ਹਾਂ ਬਿਕੋਜ਼ ਆਈ ਡੋਂਟ ਵਾਂਟ ਟੂ ਸਟ੍ਰੈਚ ਦਿਸ ਵੀਡੀਓ ਲੌਂਗ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ। what would you write in the notice? ਹੁਣ ਤੁਸੀਂ ਨੋਟਿਸ ਵਿੱਚ ਕੀ ਲਿਖੋਗੇ? it has some books and important papers। ਕਿ ਉਹਦੇ ਵਿੱਚ ਕੁਝ ਇੰਪੋਰਟੈਂਟ ਬੁక్స్ ਨੇ ਮੇਰੀਆਂ ਤੇ ਪੇਪਰਸ ਨੇ। it has nothing in it। ਉਹਦੇ ਵਿੱਚ ਕੁਝ ਨਹੀਂ ਹੈ। keep the papers with you। ਤੁਸੀਂ ਉਹ ਪੇਪਰਸ ਰੱਖ ਸਕਦੇ ਹੋ। tear down the papers। ਪੇਪਰਸ ਨੂੰ ਫਾੜ ਦਿਓ। ਹੁਣ ਤੁਹਾਡਾ ਬੈਗ ਹੈ ਉਹਦੇ ਵਿੱਚ ਕੀ ਹੋਏਗਾ? ਕਿਤਾਬਾਂ ਤੇ ਪੇਪਰਸ ਤੇ ਹੋਣਗੀਆਂ ਹੀ, ਰਾਈਟ। ਤੁਸੀਂ ਇਹ ਤਾਂ ਨਹੀਂ ਕਹੋਗੇ ਮੇਰੇ ਲਈ ਇਹਦੇ ਵਿੱਚ ਕੁਝ ਨਹੀਂ ਹੈ ਬੈਗ ਵਿੱਚ। ਜੇ ਕੁਝ ਨਹੀਂ ਹੈ ਤੁਸੀਂ ਕਿਉਂ ਲੱਭ ਰਹੇ ਹੋ?
ਪੇਪਰ ਤੁਸੀਂ ਰੱਖ ਲਓ, ਤੁਸੀਂ ਕਿਉਂ ਕਹੋਗੇ ਕਿਸੇ ਨੂੰ ਕਿ ਆਪਣਾ ਪੇਪਰ ਰੱਖਣ ਲਈ? ਪੇਪਰ ਨੂੰ ਫਾੜ ਦੋ, ਤੁਸੀਂ ਕਿਉਂ ਕਹੋਗੇ ਕਿਸੇ ਨੂੰ ਆਪਣੇ ਪੇਪਰ ਫਾੜਨ ਲਈ? ਆਪਸ਼ਨ ਕਿਹੜਾ ਬਣ ਰਿਹਾ? A ਬਣ ਰਿਹਾ, ਇਟ ਹੈਜ਼ ਸਮ ਬੁੱਕਸ ਐਂਡ ਇੰਪੋਰਟੈਂਟ ਪੇਪਰਸ। ਜੇ ਆਨਸਰ ਨਹੀਂ ਸਮਝ ਆਉਂਦਾ ਹੈ ਉਸ ਟਾਈਮ ਤੇ ਖੁਦ ਨੂੰ ਕੁਐਸਚਨਸ ਪੁੱਛ ਕੇ ਵੇਖੋ, ਜਿਵੇਂ ਤੁਹਾਨੂੰ ਮੈਂ ਜੋ ਹੁਣੇ ਪੁੱਛੇ ਸੀਗੇ, ਉਹਦੇ ਨਾਲ ਵੀ ਆਨਸਰਸ ਨਿਕਲ ਜਾਂਦੇ ਨੇ। What detail would you write in the end? ਹੁਣ ਤੁਸੀਂ ਆਪਣੇ ਪੋਸਟਰ ਦੇ ਐਂਡ ਵਿੱਚ ਕੀ ਲਿਖੋਗੇ? ਤੁਸੀਂ ਸਕੂਲ 'ਚ ਨੋਟਿਸ ਬੋਰਡ ਲਾਇਆ, ਤੁਸੀਂ ਉੱਥੇ ਨੋਟਿਸ ਲਿਖਿਆ ਮੇਰਾ ਬੈਗ ਗਵਾਚ ਗਿਆ, ਇਸ ਰੰਗ ਦਾ ਹੈ, ਉਹਦੇ ਵਿੱਚ ਇਹ ਨਹੀਂ ਹੈ, ਠੀਕ ਹੈ। ਜੇ ਤੁਹਾਨੂੰ ਪੋਸਟਰ, ਜੇ ਤੁਹਾਨੂੰ ਮੇਰਾ ਬੈਗ ਮਿਲਦਾ ਹੈ, ਤੁਸੀਂ ਕਿਹਨੂੰ ਦੋਗੇ? ਐਂਡ 'ਚ ਕੀ ਲਿਖੋਗੇ? ਆਪਣਾ ਨਾਂ ਲਿਖੋਗੇ, ਠੀਕ ਹੈ। ਉਹ ਤੋਂ ਇਲਾਵਾ ਕੀ ਲਿਖੋਗੇ? ਸਕੂਲ ਵਾਲੇ ਤੁਹਾਨੂੰ ਕਿਵੇਂ ਲੱਭਣਗੇ? ਕਲਾਸ ਵੀ ਲਿਖੋਗੇ, ਰੋਲ ਨੰਬਰ ਵੀ ਲਿਖੋਗੇ, ਬਟ ਆਬਵੀਅਸ ਜੀ ਗੱਲ ਹੈ, ਹੁਣ ਆਪਸ਼ਨ ਡੀ ਇਜ਼ योर आंसर, ऑल ऑफ द अबव, ਕਿਉਂਕਿ ਤੁਸੀਂ ਆਪਣਾ ਨਾਮ ਵੀ ਲਿਖੋਗੇ, ਕਲਾਸ ਵੀ ਲਿਖੋਗੇ ਤੇ ਰੋਲ ਨੰਬਰ ਵੀ ਮੈਂਸ਼ਨ ਕਰੋਗੇ। Next is 38. You have to write a letter to your friend to invite him on your brother's marriage. ਹੁਣ ਤੁਸੀਂ ਲੈਟਰ ਲਿਖ ਰਹੇ ਹੋ ਆਪਣੇ ਫਰੈਂਡ ਨੂੰ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਨੂੰ ਆਪਣੀ ਬ੍ਰਦਰ ਦੀ ਮੈਰਿਜ ਵਿੱਚ ਇਨਵਾਈਟ ਕਰੋ। How would you start the body of the letter? ਹੁਣ ਜੋ ਲੈਟਰ ਦੀ ਬੋਡੀ ਸ਼ੁਰੂ ਕਰੋਗੇ, ਤੁਸੀਂ ਸ਼ੁਰੂ ਕਿਵੇਂ ਕਰੋਗੇ? I am extremely sorry to inform you, ਕਿ ਮੈਂ ਬਹੁਤ ਦੁੱਖ ਨਾਲ ਤੈਨੂੰ ਇਨਫੋਰਮ ਕਰ ਰਿਹਾ। I am extremely happy to inform you, ਭਰਾ ਦਾ ਵਿਆਹ ਹੈ ਤੇ ਹੈਪੀ ਹੋਗੇ ਨਾ, ਬਟ ਆਬਵੀਅਸਲੀ ਗੱਲ ਹੈ ਸਾਨੂੰ ਬਾਕੀ ਆਪਸ਼ਨਸ ਰੀਡ ਕਰਨ ਦੀ ਲੋੜ ਨਹੀਂ ਹੈ, ਬਟ ਸਟਿਲ ਆਈ ਐਮ ਰੀਡਿੰਗ ਇਟ ਫॉर ਯੂ। I am extremely sad, ਮੈਂ ਬਹੁਤ ਸੈਡ ਹਾਂ। I am extremely angry, ਕਿ ਮੈਨੂੰ ਬਹੁਤ ਗੁੱਸਾ ਹੈ। ਭਰਾ ਦਾ ਵਿਆਹ ਹੈ, ਖੁਸ਼ੀ ਹੋਗੇ, ਤਾਂ ਆਪਸ਼ਨ ਬੀ ਇਜ਼ योर आंसर, I am extremely happy to inform you। 39th, you have to write an application to the principal of your school asking him or her for school leaving certificate, answer the given questions accordingly। ਹੁਣ ਤੁਸੀਂ ਸਕੂਲ ਛੱਡ ਰਹੇ ਹੋ, ਤੁਸੀਂ ਆਪਣੀ ਪ੍ਰਿੰਸੀਪਲ ਨੂੰ ਲੈਟਰ ਐਪਲੀਕੇਸ਼ਨ ਲਿਖ ਰਹੇ ਹੋ ਕਿ ਮੈਨੂੰ ਕੀ ਇਸ਼ੂ ਕਰ ਦਿੱਤਾ ਜਾਵੇ? ਸਕੂਲ ਲਿਵਿੰਗ ਸਰਟੀਫਿਕੇਟ ਮੈਨੂੰ ਇਸ਼ੂ ਕਰ ਦਿੱਤਾ ਜਾਵੇ। ਹੁਣ ਉਸ ਬੇਸਿਸ ਤੇ ਤੁਹਾਨੂੰ ਥੱਲੇ ਕੁਐਸਚਨਸ ਪੁੱਛੇ ਗਏ ਨੇ, ਤੁਸੀਂ ਉਹਨੂੰ ਆਨਸਰ ਕਰਨਾ ਹੈ। What would you include in the application? ਹੁਣ ਇਨ ਚਾਰ ਆਪਸ਼ਨ ਵਿੱਚੋਂ ਤੁਸੀਂ ਕਿਹੜੀ ਚੀਜ਼ ਇਨਕਲੂਡ ਕਰੋਗੇ ਆਪਣੀ ਐਪਲੀਕੇਸ਼ਨ ਵਿੱਚ? A, your reason for leaving the school, ਕਿ ਤੁਸੀਂ ਰੀਜ਼ਨ ਦੱਸੋਗੇ ਤੁਸੀਂ ਸਕੂਲ ਕਿਉਂ ਛੱਡ ਰਹੇ ਹੋ, ਅਸੀਂ ਇਨਕਲੂਡ ਕਰਾਂਗੇ, ਇਹ ਬਣਦਾ ਹੈ, this is important, ਕਿ ਸਾਨੂੰ ਰੀਜ਼ਨ ਤਾਂ ਦੇਣਾ ਪਏਗਾ ਨਾ ਅਸੀਂ ਸਕੂਲ ਕਿਉਂ ਛੱਡ ਰਹੇ ਹਾਂ। When will you leave the school, ਕਿ ਤੁਸੀਂ ਸਕੂਲ ਕਦੋਂ ਛੱਡੋਗੇ। Where will you take admission after leaving the school, ਕਿ ਤੁਸੀਂ ਸਕੂਲ ਛੱਡਣ ਤੋਂ ਬਾਅਦ ਕਿਹੜੇ ਸਕੂਲ 'ਚ ਐਡਮਿਸ਼ਨ ਲਓਗੇ। All of the above। ਹੁਣ ਤੁਸੀਂ ਦੱਸੋ ਕੀ ਮੇਨ ਹੈ ਇਹਨਾਂ ਵਿੱਚੋਂ। ਤੁਸੀਂ ਰੀਜ਼ਨ ਤਾਂ ਦੇਣਾ ਹੀ ਦੇਣਾ ਹੈ ਕਿ ਮੈਂ ਸਕੂਲ ਛੱਡ ਰਿਹਾ ਕਿਉਂਕਿ ਮੈਂ ਆਊਟ ਆਫ ਟਾਊਨ ਸ਼ਿਫਟ ਕਰ ਰਿਹਾ ਜਾਂ ਜੋ ਵੀ ਰੀਜ਼ਨਸ ਨੇ, ਠੀਕ ਹੈ। ਹੁਣ ਤੁਸੀਂ ਕਦੋਂ ਛੱਡੋਗੇ, ਤੁਸੀਂ ਕਿਹੜੇ ਸਕੂਲ 'ਚ ਜਾਓਗੇ, ਇਹ ਜ਼ਰੂਰੀ ਨਹੀਂ ਹੈ। ਪ੍ਰਿੰਸੀਪਲ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਤੁਸੀਂ ਕਿਹੜੇ ਸਕੂਲ 'ਚ ਜਾਓਗੇ, ਕਿਹੜੇ ਸਕੂਲ 'ਚ ਨਹੀਂ ਜਾ ਰਹੇ ਹੋ। ਪ੍ਰਿੰਸੀਪਲ ਨੂੰ ਸਿਰਫ ਇਹ ਜਾਣਨਾ ਜ਼ਰੂਰੀ ਹੈ ਕਿ ਰੀਜ਼ਨ ਕੀ ਹੈ ਸਕੂਲ ਛੱਡਣ ਦਾ, ਇਸ ਲਈ ਆਪਸ਼ਨ ਏ ਇਜ਼ योर आंसर, योर रीजन फॉर लीविंग द स्कूल। Now next is how would you greet the principal? ਹੁਣ ਤੁਸੀਂ ਪ੍ਰਿੰਸੀਪਲ ਨੂੰ ਕਿਵੇਂ ਗ੍ਰੀਟ ਕਰੋਗੇ? ਇਹ ਤਾਂ ਬਹੁਤ ਈਜ਼ੀ ਹੈ। ਪ੍ਰਿੰਸੀਪਲ ਨੂੰ ਹਮੇਸ਼ਾ ਰਿਸਪੈਕਟ ਦਿੱਤੀ ਜਾਂਦੀ ਹੈ ਤੇ ਪ੍ਰਿੰਸੀਪਲ ਨੂੰ ਲਿਖੀ ਹੋਈ ਲੈਟਰ ਹਮੇਸ਼ਾ ਰਿਸਪੈਕਟਡ ਸਰ ਮੈਮ ਨਾਲ ਹੀ ਹੁੰਦੀ ਹੈ। ਸੋ ਆਪਸ਼ਨ ਏ ਇਜ਼ योर आंसर, ਰਿਸਪੈਕਟਡ ਸਰ ਮੈਮ। And with this our today's model test paper is solved। ਵੀਡੀਓ ਨੂੰ ਬਾਰ-ਬਾਰ ਦੇਖਣਾ ਤਾਂ ਕਿ ਤੁਸੀਂ ਬੈਕ ਟੂ ਬੈਕ ਪ੍ਰੈਕਟਿਸ ਕਰ ਸਕੋ। ਅਪਾਰਟ ਫਰਮ दैट ਮੋਡਲ ਟੈਸਟ ਪੇਪਰ ਸੋਲਵ ਕਰਨ ਤੋਂ ਪਹਿਲੇ ਤੁਸੀਂ ਇੱਕ ਵਾਰ ਇੰਪੋਰਟੈਂਟ MCQs ਵੀ ਦੇਖੋ ਜੋ ਆਪਣੇ ਮੈਂ ਪਲੇਲਿਸਟ 'ਚ ਅਪਲੋਡ ਕੀਤੀ ਹੋਈ ਹੈ ਵਿਦ ਦ ਨੇਮ ਆਫ ਕਲਾਸ 8 ਦ ਇੰਗਲਿਸ਼ ਕੰਪੈਨੀਅਨ। ਉਸ ਤੋਂ ਬਾਅਦ ਹੀ ਮੋਡਲ ਟੈਸਟ ਪੇਪਰ ਸੋਲਵ ਕਰਨਾ ਸੋ दैट ਤੁਹਾਨੂੰ ਆਨਸਰਸ ਆਉਂਦੇ ਹੋਣ, ਤੁਹਾਡੀ ਪ੍ਰੋਪਰ ਪ੍ਰੈਪਰੇਸ਼ਨ ਹੋ ਸਕੇ।